ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਧੰਨ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਨਿਮ ਸਤਿਗੁਰ ਲੀਲਾ ਕਰਤ, ਚੋਰ ਜਾਰ ਬਟਵਾਰ। ਸਭ ਹਿਨ ਕੋ ਚਿੰਤਾ ਪਈ, ਕਰਹਿ ਖੌਂਸੜੇ ਮਾਰ। ਨਿਮ ਸਤਿਗੁਰ ਲੀਲਾ ਕਰਤ, ਚੋਰ ਜਾਰ ਬਟਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ, ਲੋਕ ਪਰਲੋਕ ਦੇ ਰੱਖਿਅਕ, ਸਦਾ ਸਹਾਈ ਸਾਧ ਬਖਸ਼ਿੰਦ, ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਇਆ ਦਾ ਸਦਕਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਨੂੰ ਰੋਜ਼ਾਨਾ ਸਰਵਣ ਕਰਦੇ ਹਾਂ। ਕੱਲ੍ਹ ਦੇ ਪ੍ਰਸੰਗ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਅੰਦਰ ਆਏ ਹੋਏ ਬਾਣੀਏ ਦਾ ਧਨ ਕਿਸੇ ਚੋਰ ਨੇ ਚੋਰੀ ਕਰ ਲਿਆ। ਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿਪਾਹੀਆਂ ਨੂੰ ਕਹਿ ਕੇ ਚੋਰ ਨੂੰ ਫੜ ਲਿਆ ਅਤੇ ਬੇਅੰਤ ਤਾੜਨਾ ਕੀਤੀ ਹੈ। ਉਸ ਬਾਣੀਏ ਦਾ ਧਨ ਵਾਪਸ ਕਰ ਦਿੱਤਾ। ਸੋ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਤਾੜਨਾ ਕਰ ਦਿੱਤੀ। ਭਾਈ ਕਿਸੇ ਨੇ ਵੀ ਕੋਈ ਅਜਿਹਾ ਕੋਈ ਕਰਮ ਕੀਤਾ, ਚੋਰੀ ਆਦਿਕ ਦਾ, ਕੋਈ ਠੱਗੀ ਆਦਿਕ ਦਾ, ਬੇਈਮਾਨੀ ਆਦਿਕ ਦਾ
ਕੋਈ ਐਸਾ ਕੋਈ ਵੀ ਕੋਈ ਕਰਮ ਕਰੇਗਾ ਤੇ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਜਿਸ ਕਰਕੇ ਸਭ ਥਾਵਾਂ ਤੇ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੂਰ ਦੂਰ ਤੱਕ ਭੈ ਛਾ ਗਿਆ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਦੇ ਹਿਰਦੇ ਦੀ ਜਾਣਨ ਵਾਲੇ ਹੈ। ਤਾਂ ਸੰਸਾਰ ਦੀਆਂ ਗੱਲਾਂ ਬਾਰੇ ਤਾਂ ਕੀ ਕਹਿਣਾ ਹੈ ਕਿ ਜੋ ਹਿਰਦੇ ਦੀ ਜਾਣਨ ਵਾਲੇ ਹਨ, ਸੰਸਾਰਕ ਤੌਰ ਤੇ ਉਹਨਾਂ ਕੋਲੋਂ ਕੀ ਲੁਕੋ ਰੱਖਿਆ ਜਾ ਸਕਦਾ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਦਾ ਦੂਰ ਦੂਰ ਤੱਕ ਜਿੱਥੇ ਜਸ ਫੈਲਿਆ ਹੈ, ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਡਰ ਭੈ ਵੀ ਦੂਰ ਦੂਰ ਤੱਕ ਫੈਲ ਗਿਆ। ਆਓ ਆਉਣ ਵਾਲਾ ਪ੍ਰਸੰਗ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਹਿਮ ਸਤਿਗੁਰ ਲੀਲਾ ਕਰਤ ਚੋਰ ਜਾਰ ਬਟਪਾਰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਉਸ ਚੋਰ ਨੂੰ ਕੋਲੇ ਸੱਦ ਕੇ ਉਹਦੇ ਕੋਲੋਂ ਲੁਕੋਇਆ ਹੋਇਆ ਧਨ ਜਿੱਥੇ ਰੱਖਿਆ ਸੀ ਉੱਥੇ ਦੱਸ ਕੇ ਮੰਗਵਾ ਲਿਆ, ਤਾਂ ਮਹਾਰਾਜ ਸਾਹਿਬ ਜੀ ਨੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਆ ਭਾਈ ਹੁਣ ਤੈਨੂੰ ਅਸੀਂ ਛੱਡ ਦਿੱਤਾ ਹੈ, ਕਿਉਂਕਿ ਵਿਆਹ ਦਾ ਉਤਸਵ ਹੋ ਕੇ ਹਟਿਆ। ਵਿਆਹ ਦਾ ਹੁਣੇ ਖੁਸ਼ੀ ਦਾ ਮਾਹੌਲ ਬਣਿਆ ਹੈ, ਨਹੀਂ ਤਾਂ ਤੈਨੂੰ ਅਸੀਂ ਜ਼ਰੂਰ ਫਾਂਸੀ ਦੀ ਸਜ਼ਾ ਦਿੰਦੇ, ਸਖਤ ਸਜ਼ਾ ਤੈਨੂੰ ਦਿੰਦੇ। ਅੱਗੇ ਤੂੰ ਕਦੇ ਵੀ ਕੋਈ ਹੁਕਮ ਗੁਰੂ ਕੋ ਪਾਏ ਸਿਪਾਹੀ, ਧਨ ਗਿਨ ਦੀਨੋ ਤੇ ਸਿਪਾਹੀ। ਤਸਕਰ ਸੋਰਿਓ ਨਗਰ ਨਕਾਰਿਓ, ਬੋਹਰ ਨ ਅਸਕੁਰ ਕਰਮ ਕਿਨ ਧਾਰਿਓ। ਮਹਾਰਾਜ ਸਾਹਿਬ ਜੀ ਨੇ ਫੜ ਕੇ ਉਸ ਚੋਰ ਨੂੰ ਤੇ ਜਿਸ ਵੇਲੇ ਤਾੜਨਾ ਕੀਤੀ ਤੇ ਨਗਰ ਚੋਂ ਕੱਢ ਦਿੱਤਾ, ਤੇ ਮੁੜ ਕੇ ਐਸਾ ਡਰ ਹੋ ਗਿਆ ਕਿਸੇ ਨੇ ਵੀ ਐਸਾ ਕੋ ਕਰਮ ਨਹੀਂ ਧਾਰਿਆ, ਕਿਉਂਕਿ ਜਿੰਨੇ ਵੀ ਐਸੇ ਚੋਰ ਜਾਰ ਆਦਿਕ ਸਾਰੇ ਸਨ, ਲੁਟੇਰੇ ਸਨ, ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋ ਗਈ ਹੈ। ਸਭ ਹਿਨ ਕੋ ਚਿੰਤਾ ਪਈ ਕਰਹਿ ਖੌਸੜੇ ਮਾਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਾੜਨਾ ਕਰਨ ਤੇ ਉਸ ਚੋਰ ਨੂੰ ਔਰ ਜਿੱਥੇ ਧਨ ਲੁਕੋਇਆ ਸੀ ਉਹ ਧਨ ਵੀ ਮਹਾਰਾਜ ਜੀ ਨੇ ਕਢਵਾ ਲਿਆ। ਇਸ ਕਰਕੇ ਸਾਰਿਆਂ ਨੂੰ ਐਸੀ ਚਿੰਤਾ ਹੋ ਗਈ ਹੈ ਕਿ ਜੇ ਅਸੀਂ ਕੋਈ ਐਸਾ ਕੁਕਰਮ ਚੋਰੀ ਦਾ, ਜਾਰੀ ਦਾ, ਲੁਟੇਰੇ ਆਦਿਕ ਬੇਈਮਾਨੀ ਕਰਾਂਗੇ ਤਾਂ ਮਹਾਰਾਜ ਸਾਹਿਬ ਜੀ ਫੜ ਕੇ ਸਖਤ ਸਜ਼ਾ ਦੇਣਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਾਰ ਦੀ ਸਭ ਨੂੰ ਚਿੰਤਾ ਹੋ ਗਈ ਹੈ। ਚੌਪਈ ਨਿਰਭੈ ਬਨਿਕ ਠਾਨਤ ਵਿਵਹਾਰਾ। ਜਿਹੜੇ ਬਾਣੀ ਹੈ ਉਹ ਨਿਰਭੈਤਾ ਧਾਰ ਕੇ ਆਪਣਾ ਵਿਵਹਾਰ ਕਰਦੇ ਹਨ। ਕਹਿਓ ਚੋਰ ਤੇ ਅਚਰਜ ਧਾਰਾ। ਕਹਿਣ ਲੱਗੇ ਚੋਰ ਫੜੇ ਜਾਣ ਦੇ ਨਾਲ ਸਾਰਿਆਂ ਦੇ ਵਿੱਚ ਬੜੀ ਹੈਰਾਨੀ ਛਾ ਗਈ ਹੈ। ਸੂਨੀ ਵਸਤਰ ਹੈ ਕਿਸ ਥਾਈ। ਕਹਿੰਦੇ ਵਸਤੂਆਂ ਸੁੰਦੀਆਂ ਹੀ ਸਭ ਥਾਵਾਂ ਤੇ ਪਈਆਂ ਰਹਿੰਦੀਆਂ, ਕੋਈ ਵੀ ਹੁਣ ਕਿਸੇ ਵਸਤੂ ਨੂੰ ਛੇੜਦਾ ਨਹੀਂ, ਕਿ ਜੇਕਰ ਕਿਸੇ ਵਸਤੂ ਨੂੰ ਛੇੜਿਆ ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਪਤਾ ਹੈ ਕਿ ਕੌਣ ਹੋਵੇਗਾ ਆਦਮੀ। ਇਸ ਕਰਕੇ ਸਤਿਗੁਰੂ ਜੀ ਦਾ ਡਰ ਧਾਰ ਕੇ ਕੋਈ ਵੀ ਕਿਸੇ ਵਸਤੂ ਨੂੰ ਹੱਥ ਨਹੀਂ ਲਾਉਂਦਾ। ਸਭ ਥਾਵਾਂ ਤੇ ਸੁੰਜੀਆਂ ਪਈਆਂ ਰਹਿੰਦੀਆਂ ਵਸਤੂਆਂ ਸਾਰੀਆਂ। ਨਹਿ ਕੋ ਸਕਾ ਹੱਥ ਕੋ ਪਾਈ। ਕਿਸੇ ਵਸਤੂ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਹੈ। ਏਕ ਦਿਨ ਗੁਰ ਕੇ ਲਵਪੁਰ ਮੈਂ। ਕਈ ਦਿਨ ਗੁਰੂ ਸਾਹਿਬ ਜੀ ਦੇ ਪਾਵਨ ਸ਼ਹਿਰ ਜਿਹਨੂੰ ਗੁਰੂ ਕਾ ਲਾਹੌਰ ਕਹਿੰਦੇ ਆ, ਗੁਰੂ ਕੇ ਲਾਹੌਰ ਦੇ ਵਿੱਚ ਬਸੇ ਬਨਿਕ ਧਰ ਆਨੰਦ ਉਰ ਮੈਂ। ਬਾਣੀਏ ਆਦਿਕ ਥਾਵਾਂ ਥਾਵਾਂ ਤੋਂ, ਰੋਪੜ ਤੋਂ, ਸਰਹੰਦ ਤੋਂ, ਲਾਹੌਰ ਤੋਂ, ਹੁਸ਼ਿਆਰਪੁਰ ਤੋਂ, ਥਾਵਾਂ ਥਾਵਾਂ ਤੋਂ ਜਿਹੜੇ ਬਾਣੀ ਆਏ ਸਨ, ਕੁਝ ਇੱਕ ਦਿਨ ਸਤਿਗੁਰੂ ਜੀ ਦਾ ਹੁਕਮ ਪਾ ਕੇ ਗੁਰੂ ਕੇ ਲਾਹੌਰ ਸ਼ਹਿਰ ਵਿੱਚ ਬਸੇ ਹਨ। ਖਾਟਿਓ ਲਾਭ ਜਿਤਕ ਵਿਵਹਾਰੂ। ਕਹਿਣ ਲੱਗੇ ਜਿੰਨਾ ਵੀ ਵਪਾਰ ਕੀਤਾ ਸੀ ਲਾਭ ਖੱਟਿਆ ਸੀ। ਉਤ ਸਭ ਜੁਤ ਗੁਰ ਦਰਸ ਨਿਹਾਰੂ। ਕਹਿਣ ਲੱਗੇ ਲਾਭ ਖੱਟਿਆ ਵਪਾਰ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਵਿਆਹ ਦੇ ਉਤਸਵ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕਰਕੇ ਆਤਮ ਆਨੰਦ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਸਦਕਾ ਸਭ ਨੇ ਪਾਇਆ ਹੈ। ਹਲਗੀ ਧਰ ਕੋ ਸਸੁਰ ਅਨੰਦਿਓ। ਗੁਰੂ ਮਹਾਰਾਜ ਸਾਹਿਬ ਜੀ ਦੇ ਸਹੁਰਾ ਸਾਹਿਬ ਭਾਈ ਹਰਜਸ ਬਹੁਤ ਪ੍ਰਸੰਨ ਹੋਏ ਹਨ। ਭਰਾਤਨ ਸਹਿਤ ਆਨ ਕਰ ਬੰਦਿਓ। ਉਹਨਾਂ ਨੇ ਆਪਣੇ ਭਰਾਵਾਂ ਦੇ ਸਹਿਤ ਆ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੱਥ ਜੋੜੇ ਹਨ ਤੇ ਇਸ ਤਰ੍ਹਾਂ ਬੇਨਤੀ ਕਰਦੇ ਹੈ। ਮਹਾਰਾਜ ਕਾਰਜ ਸਭ ਭਇਓ। ਕਹਿਣ ਲੱਗੇ ਹੈ ਕਲਗੀਧਰ ਮਹਾਰਾਜ ਵਿਆਹ ਦਾ ਸਾਰਾ ਕਾਰਜ ਆਪ ਜੀ ਦੀ ਰਹਿਮਤ ਸਦਕਾ ਪੂਰਾ ਹੋ ਗਿਆ ਹੈ। ਹਿਰਦੇ ਮਨਾਰ ਮਨੋਰਥ ਪੂਰਨ ਕੀਓ, ਕਿ ਜਿਹੜਾ ਹਿਰਦੇ ਦਾ ਮਨੋਰਥ ਸੀ ਸਾਰਾ
ਉਹ ਵੀ ਪੂਰਾ ਹੋ ਗਿਆ ਹੈ। ਅਬ ਚਾਹਤ ਸਭ ਸਦਨ ਸਿਧਾਰਾ, ਹੁਣ ਸਾਰੇ ਅਸੀਂ ਆਪਣੇ ਘਰ ਨੂੰ ਜਾਣਾ ਚਾਹੁੰਦੇ ਹਾਂ। ਆਪ ਆਪਨੀ ਕਰਤ ਸੰਭਾਰਾ, ਆਪ ਜੀ ਨੇ ਆਪਣੀ ਕਿਰਤ ਆਪ ਸੰਭਾਲ ਲਈ ਹੈ, ਆਪ ਨੇ ਸਭ ਦੀ ਲਾਜ ਪੱਤ ਰੱਖੀ ਹੈ। ਸੁਨ ਦਿਓ ਹੁਕਮ ਸਭਾ ਤੁਮ ਜਾਵਹੋ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸੁਣ ਲਈ ਤੇ ਸਾਰਿਆਂ ਨੂੰ ਇਸ ਤਰ੍ਹਾਂ ਹੁਕਮ ਕਰ ਦਿੱਤਾ ਕਿ ਠੀਕ ਆ ਭਾਈ, ਹੁਣ ਤੁਸੀਂ ਜਾ ਸਕਦੇ ਹੋ। ਸਿਮਰਹੁ ਸਤਨਾਮ ਸੁਖ ਪਾਵਹੋ, ਜਾ ਕੇ ਸਤਨਾਮ ਦਾ ਸਿਮਰਨ ਕਰੋ ਅਤੇ ਸੁਖ ਪਾਵੋ। ਲਉ ਪਰ ਹੀ ਸੰਗਤ ਸੰਸਾਰੀ, ਲਾਹੌਰ ਦੀ ਜਿਹੜੀ ਸਾਰੀ ਸੰਗਤ ਹੈ, ਸਭ ਨੇ ਸਤਿਗੁਰੂ ਜੀ ਦਾ ਜਿਸ ਵਾਲੇ ਹੁਕਮ ਸੁਣਿਆ ਹੈ। ਵਸਤ ਸੰਭਾਰ ਕਰੀ ਨਿਜ ਤਿਆਰੀ, ਸਭ ਨੇ ਆਪੋ ਆਪਣੀਆਂ ਵਸਤੂਆਂ ਸੰਭਾਲ ਲਈਆਂ ਤੇ ਵਾਪਸ ਆਪਣੇ ਸ਼ਹਿਰ ਲਾਹੌਰ ਨੂੰ ਜਾਣ ਵਾਸਤੇ ਤਿਆਰੀ ਕਰ ਲਈ ਹੈ। ਕਰ ਬੰਧਨ ਕਰ ਬੰਧਨ ਪੰਥ ਪਧਾਰੇ, ਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰ ਕਰਕੇ ਸਾਰੇ ਲਾਹੌਰ ਦੇ ਰਸਤੇ ਨੂੰ ਤੁਰ ਪਏ ਐ। ਯਮਰੋ ਪਰ ਸੀ ਰੰਦ ਸਿਧਾਰੇ, ਇਸੇ ਤਰ੍ਹਾਂ ਹੀ ਜਿਹੜੀਆਂ ਰੋਪੜ ਤੋਂ ਸਰਹੰਦ ਤੋਂ ਸੰਗਤਾਂ ਆਈਆਂ ਸਨ, ਸਮੇਂ-ਸਮੇਂ ਨਾਲ ਸਭ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਗੁਰੂ ਪਾਤਸ਼ਾਹ ਜੀ ਦੇ ਕੋਲੋਂ ਵਿਦਾਇਗੀ ਲੈ ਕੇ ਆਪੋ ਆਪਣੇ ਨਗਰਾਂ ਨੂੰ ਚਾਲੇ ਪਾ ਦਿੱਤੇ ਨੇ। ਪੁਰ ਹਸੀ ਖੁਸ਼ਿਆਰ ਗਏ ਜਲ ਗਈ, ਹੁਸ਼ਿਆਰਪੁਰ ਦੇ ਕਈ ਵਸਨੀਕ ਜਿਹੜੇ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਗੁਰੂ ਕੇ ਲਾਹੌਰ ਸ਼ਹਿਰ ਬਸਣ ਦੇ ਵਾਸਤੇ ਆਏ ਸਨ, ਮਹਾਰਾਜ ਜੀ ਤੋਂ ਵਿਦਾਇਗੀ ਲੈ ਕੇ ਉਹ ਵੀ ਵਾਪਸ ਤੁਰ ਪਏ ਹਨ। ਕਰਹਿ ਬਾਰਤਾ ਮਿਲ ਮਿਲ ਦੇਈ, ਸਾਰੇ ਮਿਲ ਕੇ ਗੁਰੂ ਪਾਤਸ਼ਾਹ ਜੀ ਦੇ ਵਿਆਹ ਦੀ ਵਾਰਤਾ ਕਰਦੇ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਵਾਰਤਾ ਕਰਦੇ ਹਨ। ਮਾਰ ਨਿਕਾਸਨ ਤਕ ਸਰ ਗਹਿਓ, ਕਹਿਣ ਲੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਵਰਸ਼ਾ ਮਾਰ ਕੇ ਉਹ ਜਿਹੜਾ ਤਰਬੈਣੀ ਸਾਹਿਬ ਸਥਾਨ ਹੈ, ਉੱਥੇ ਮਹਾਰਾਜ ਸਾਹਿਬ ਜੀ ਨੇ ਵਰਸ਼ਾ ਮਾਰ ਕੇ 3 ਵਾਰ ਜਲ ਕੱਢਿਆ ਉਹਦੀਆਂ, ਫਿਰ ਜਿਹੜਾ ਚੋਰ ਫੜਿਆ ਉਹਦੀਆਂ, ਸਾਰੇ ਆਪਸ ਵਿੱਚ ਗੁਰੂ ਪਾਤਸ਼ਾਹ ਜੀ ਦੀਆਂ ਗੱਲਾਂ ਬਾਤਾਂ ਕਰਦੇ ਜਾਂਦੇ ਨੇ। ਵਿਆਹ ਸੋ ਕੌਤਕ ਜੈਸੇ ਲਹਿਓ, ਫਿਰ ਕਹਿੰਦੇ ਇਹ ਵਿਆਹ ਦੇ ਵਿੱਚ ਜਿਵੇਂ ਸਾਰੇ ਕੌਤਕ ਹੋਏ, ਬੜੀ ਖੁਸ਼ੀ ਹੋਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਪ੍ਰਸੰਨਤਾ ਦਿੱਤੀ। ਐਸੀ ਸਾਰੀ ਵਾਰਤਾ ਆਪਸ ਵਿੱਚ ਕਰਦੇ ਜਾਂਦੇ ਰਸਤੇ ਵਿੱਚ। ਸੁਨ ਸੁਨ ਅਪਰ ਸਿੱਖ ਹਰ ਖਾਏ, ਸੁਣ ਕੇ ਜਿਹੜੇ ਹੋਰ ਸਿੱਖ ਸਨ ਉਹ ਸਾਰੇ ਗੁਰੂ ਪਾਤਸ਼ਾਹ ਜੀ ਦੀ ਸੋਭਾ ਪ੍ਰਸੰਨ ਹੁੰਦੇ ਆ, ਖੁਸ਼ ਹੁੰਦੇ ਹਨ। ਗੁਰ ਤੇ ਕੁਛ ਅਚਰਜ ਨਹਿ ਪਾਏ, ਕਹਿਣ ਲੱਗੇ ਗੁਰੂ ਮਹਾਰਾਜ ਸਾਹਿਬ ਜੀ ਕੋਲੋਂ ਕੁਝ ਵੀ ਅਚਰਜ ਨਹੀਂ ਪਾਇਆ ਹੈ। ਜਹਾਂ ਸੋ ਕਰਾਂ ਸ਼ਕਤ ਸਭ ਧਾਰੀ, ਗੁਰੂ ਮਹਾਰਾਜ ਸਾਹਿਬ ਜੀ ਜੋ ਵੀ ਚਾਹਣ ਗੁਰੂ ਪਾਤਸ਼ਾਹ ਕਰ ਸਕਦੇ ਆ। ਵੱਡੀ ਸ਼ਕਤੀ ਮਹਾ ਸ਼ਕਤੀ ਦੇ ਧਾਰੀ ਹਨ ਸਤਿਗੁਰੂ ਮਹਾਰਾਜ। ਨਹਿ ਕੁਛ ਅਟਕ ਹੈ ਜਿਨਹੁ ਅਗਾਰੀ, ਜਿਨ੍ਹਾਂ ਦੇ ਅੱਗੇ ਕੁਝ ਵੀ ਅਟਕ ਨਹੀਂ ਸਕਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭ ਸ੍ਰਿਸ਼ਟੀ ਦੇ ਪਾਲਣਹਾਰ ਹਨ, ਤਿੰਨਾਂ ਲੋਕਾਂ ਦੇ ਮਾਲਕ ਹਨ। ਗੁਰੂ ਪਾਤਸ਼ਾਹ ਜੀ ਦੇ ਅੱਗੇ ਕਿਹੜੀ ਵਸਤੂ ਹੈ ਜਿਹੜੀ ਅਟਕ ਸਕਦੀ ਹੈ? ਜੋ ਚਾਹਣ ਕਰ ਸਕਦੇ ਹਨ। ਪੁਰ ਪੁਰ ਗ੍ਰਾਮ ਗ੍ਰਾਮ ਘਰ ਘਰ ਮੈਂ, ਕਹਿਣ ਲੱਗੇ ਨਗਰ ਨਗਰ ਤੇ ਪਿੰਡ ਪਿੰਡ ਤੇ ਫਿਰ ਘਰਾਂ ਘਰਾਂ ਵਿੱਚ ਕੀਰਤ ਕਰਤ ਹਰਖ ਧਰ ਉਰ ਮੈਂ, ਸਾਰੇ ਮਨ ਵਿੱਚ ਦਿਲ ਵਿੱਚ ਪ੍ਰਸੰਨਤਾ ਧਾਰ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕੀਰਤੀ ਕਰਦੇ ਆ, ਜਸ ਕਰਦੇ ਹਨ। ਦੇ ਕਰ ਦਰਬ ਸਰਬ ਬੇਦੀਨ, ਜਿਹੜੇ ਬੇਦੀ ਕੁਲ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੀ ਅੰਸ਼ ਵੰਸ਼ ਸਿਆਣੇ ਪੁਰਖ ਆਏ ਸਨ, ਉਹਨਾਂ ਸਭ ਨੂੰ ਸਤਿਕਾਰ ਦੇ ਸਹਿਤ ਜਾਣ ਲੱਗਿਆਂ ਨੂੰ ਵਿਦਾਇਗੀ ਦਿੰਦੇ ਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨ ਦਿੱਤਾ ਹੈ। ਵਿਦਾ ਕਰੇ ਪਗ ਮਗ ਮਹਦੀਨ, ਕਹਿਣ ਲੱਗੇ ਉਹਨਾਂ ਨੇ ਆਪੋ ਆਪਣੇ ਥਾਵਾਂ ਥਾਵਾਂ ਤੇ ਜੈਸਾ ਕਿਸੇ ਦਾ ਸਤਿਕਾਰ ਸੀ ਸਭ ਨੂੰ ਦਿੱਤਾ, ਧਨ ਦਿੱਤਾ। ਮਹਾਰਾਜ ਸਾਹਿਬ ਜੀ ਨੇ ਸਭ ਨੂੰ ਵਡਿਆਈ ਦਿੱਤੀ, ਪ੍ਰਸੰਨਤਾ ਦਿੱਤੀ। ਸਾਰੇ ਆਪੋ ਆਪਣੇ ਨਗਰਾਂ ਨੂੰ ਰਸਤੇ ਰਸਤੇ ਚੱਲ ਪਏ ਨੇ। ਪੁਨ ਸ਼੍ਰੀ ਅੰਗਦ ਕੁਲ ਕੇ ਜਈ, ਫੇਰ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ 63 ਗੋਤ ਦੇ ਜਿਤਨੇ ਵੀ ਆਏ ਸਨ ਸਿਆਣੇ ਰਿਸ਼ਤੇਦਾਰ ਪੁਰਖ, ਉਹਨਾਂ ਸਾਰਿਆਂ ਨੂੰ ਜਥਾ ਜੋਗ ਲੈ ਗਮਨੇ ਤੇਈ, ਜਥਾ ਜੋਗ ਜੈਸਾ ਵੀ ਕਿਸੇ ਦਾ ਸਤਿਕਾਰ ਬਣਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਵਸਤੂਆਂ ਦਿੱਤੀਆਂ, ਧਨ ਦਿੱਤਾ, ਸਤਿਕਾਰ ਕੀਤਾ ਹੈ। ਸ਼੍ਰੀ ਗੁਰੂ ਅਮਰਦਾਸ ਕੀ ਅੰਸ਼, ਐਸਾ ਹੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਸ਼ ਵੰਸ਼ ਭੱਲੇ ਗੋਤ ਦੇ ਜਿਤਨੇ ਵੀ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਉਜਲ
ਮਤ ਜਿਨ ਹੋਏ ਜਿਮ ਹੰਸ। ਕਹਿਣ ਲੱਗੇ ਸਭ ਨੂੰ ਸਾਹਿਬ ਸਤਿਗੁਰੂ ਜੀ ਨੇ ਸਤਿਕਾਰ ਦਿੱਤਾ ਹੈ, ਪ੍ਰੇਮ ਦਿੱਤਾ ਹੈ, ਧਨ ਦਿੱਤਾ ਹੈ, ਵਸਤੂਆਂ ਦਿੱਤੀਆਂ ਹਨ, ਜਿਨ੍ਹਾਂ ਦੀ ਮਤ ਉਜਲ ਹੰਸਾਂ ਦੇ ਵਾਂਗ ਹੈ। ਸਾਦਰ ਦੇਜ ਬਿਸਰ ਜਨ ਕੇ ਕੀਨੇ। ਸਾਰਿਆਂ ਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੇਅੰਤ ਸਤਿਕਾਰ ਦੇ ਕੇ ਵਿਦਾ ਕੀਤਾ ਹੈ। ਵਿਆਹ ਸਰਾਹਤ ਚਲੇ ਪ੍ਰਵੀਨੇ। ਸਾਰੇ ਵਿਆਹ ਦੀ ਸ਼ਲਾਘਾ ਕਰਦੇ ਹੋਏ ਆਪੋ ਆਪਣੇ ਨਗਰਾਂ ਨੂੰ ਪਿੰਡਾਂ ਨੂੰ ਚਲੇ ਗਏ ਹੈ। ਮਾਝੇ ਦੇਸ਼ ਸੰਗਤਾਂ ਸਾਰੀ। ਮਾਝੇ ਦੇਸ਼ ਦੀ ਸਾਰੀ ਸੰਗਤ ਦੁਨੀ ਚੰਦ ਕੋ ਕਰਹਿ ਅਗਾਰੀ। ਉਹਨਾਂ ਸਾਰਿਆਂ ਨੇ ਭਾਈ ਦੁਨੀ ਚੰਦ ਨੂੰ ਅੱਗੇ ਕੀਤਾ ਹੈ। ਹਾਥ ਜੋੜ ਸਭ ਅਰਜ਼ ਗੁਜ਼ਾਰੀ। ਹੱਥ ਜੋੜ ਕੇ ਸਾਰੀ ਸੰਗਤ ਨੇ ਭਾਈ ਦੁਨੀ ਚੰਦ ਨੇ ਗੁਰੂ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਅਰਜ਼ ਗੁਜ਼ਾਰੀ ਬੇਨਤੀ ਕੀਤੀ ਹੈ। ਪ੍ਰਭ ਜੀ ਕਰਹੁ ਖੁਸ਼ੀ ਹਮ ਤਿਆਰੀ। ਕਹਿਣ ਲੱਗੇ ਮਹਾਰਾਜ ਸਾਹਿਬ ਜੀ ਸਾਨੂੰ ਵੀ ਖੁਸ਼ੀਆਂ ਬਖਸ਼ ਦੇਵੋ, ਅਸੀਂ ਵੀ ਸਾਰੀ ਤਿਆਰੀ ਕਰ ਲਈ ਹੈ। ਸਿਰੇ ਪਾਉ ਸਭ ਕੋ ਤਬ ਦੀਨੇ। ਗੁਰੂ ਮਹਾਰਾਜ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਸਿਰੋਪਾ ਦਿੱਤੇ ਹਨ। ਗੁਰ ਘਰ ਕੋਲੇ ਸਿਰ ਧਰ ਲੀਨੇ। ਸਭ ਨੇ ਸੰਗਤ ਨੇ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਰੋਪੇ ਪ੍ਰਾਪਤ ਕੀਤੇ ਹੈ ਤੇ ਸਭ ਨੇ ਆਪੋ ਆਪਣੇ ਸੀਸ ਦੇ ਉੱਤੇ ਸਤਿਗੁਰੂ ਵੱਲੋਂ ਦਿੱਤੀ ਹੋਈ ਬਖਸ਼ਿਸ਼ ਧਾਰਨ ਕਰ ਲਈ ਹੈ। ਸਜਾਸ ਉਜਾਲਤ ਗਮਨੇ ਦੇਸ਼। ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਕਰਦੇ ਹੋਏ ਆਪੋ ਆਪਣੇ ਨਗਰਾਂ ਨੂੰ ਸ਼ਹਿਰਾਂ ਨੂੰ ਚਲੇ ਜਾ ਰਹੇ ਹੈ। ਧੰਨ ਗੁਰੂ ਜਿਨ ਚਲਤ ਵਿਸ਼ੇਸ਼। ਸਾਰੇ ਜਾਣੇ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਹਨ, ਜਿਨ੍ਹਾਂ ਨੇ ਐਸਾ ਵਿਸ਼ੇਸ਼ ਕੌਤਕ ਰਚ ਕੇ ਸਭ ਸੰਗਤ ਨੂੰ ਖੁਸ਼ੀਆਂ ਦਿੱਤੀਆਂ ਨੇ। ਇਸੀ ਰੀਤ ਜੇ ਅਨੇਕ ਮਸੰਦ। ਇਸ ਢੰਗ ਦੇ ਨਾਲ ਹੀ ਹੋਰ ਜਿਤਨੇ ਵੀ ਮਸੰਦ ਹੈ ਮੋਹਰੀ ਸਿੱਖ ਹਨ, ਸੰਗ ਸੰਗਤਾਂ ਜਿਨ ਹੋ ਬਿਲੰਦ। ਜਿਨ੍ਹਾਂ ਦੇ ਨਾਲ ਬਹੁਤ ਸੰਗਤਾਂ ਹਨ, ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਕਰਦੇ ਹਨ। ਸੋ ਸਭ ਸਿਰੇ ਪਾਉ ਕੋ ਲਾਗੇ। ਉਹ ਸਾਰੇ ਸਿਰੇ ਪਾਉ ਲੈ ਕੇ ਗਮਨੇ ਨਿਜ ਦੇਸ਼ਨ ਹਰਖਿਆ ਗਿਆ। ਸਾਰੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਦੇ ਦਰ ਘਰ ਤੋਂ ਆਪੋ ਆਪਣੇ ਘਰਾਂ ਨੂੰ ਚਲੇ ਗਏ ਆ। ਲੰਮੇ ਘੇਪ ਜੇ ਧੰਨੀ ਆਦ। ਕਹਿਣ ਲੱਗੇ ਲਹਿੰਦੇ ਵਾਲੇ ਪਾਸਾ, ਫਿਰ ਧੰਨੀ ਵਾਲੇ ਜਿਹੜਾ ਖੇਪ ਆਦਿਕ, ਕਾਬਲ ਆਦਿਕ, ਇਹ ਸਾਰੇ ਜਿਤਨੇ ਵੀ ਪਸ਼ੌਰ ਆਦਿਕ, ਇਹ ਜਿਤਨੇ ਵੀ ਇਲਾਕੇ ਹੈ ਸਾਰੇ ਕਾਬਲ ਨਰ ਪਸ਼ੌਰ ਹਲਾਦ। ਪਸ਼ੌਰ ਆਦਿ ਕਾਬਲ ਆਦਿਕ ਦੇ ਜਿਤਨੇ ਵੀ ਸਥਾਨ ਹਨ, ਜੇ ਸ਼ਿਕਾਰਪੁਰ ਬਲਖ ਬੁਖਾਰਾ। ਇਹ ਸਾਰੇ ਪਿੰਡਾਂ ਦੇ ਨਾਂ ਹੈ। ਸ਼ਿਕਾਰਪੁਰ ਹੈ, ਬਲਖ ਹੈ, ਬੁਖਾਰਾ ਹੈ। ਇਹਨਾਂ ਸਭ ਦੇਸ਼ਾਂ ਦੇ ਵਿੱਚੋਂ ਤੁਲੰਗਾ, ਮੁਲਤਾਨ, ਹੋਰ ਜਿਤਨੇ ਵੀ ਸਾਰੀ ਸੰਗਤ ਪਟਨੇ ਤੋਂ, ਪੂਰਬ ਦੇਸ਼ ਤੋਂ, ਕਾਮਰੂ ਤੋਂ, ਢਾਕਾ ਤੋਂ, ਖਾਸੀ ਤੋਂ, ਫਰਕਾਬਾਦ, ਬੁਰਹਾਨ, ਅਕਬਰਾਬਾਦ, ਇਹ ਸਾਰੇ ਦੇਸ਼ ਜਿੰਨੇ ਵੀ ਹੈ, ਇਹ ਸਭ ਥਾਵਾਂ ਤੋਂ ਜਿਤਨੀ ਵੀ ਸੰਗਤ ਆਈ ਸੀ ਨਾ, ਉਹ ਸਾਰੀ ਦੀ ਸਾਰੀ ਗੁਰੂ ਸਾਹਿਬ ਜੀ ਦੇ ਹਜ਼ੂਰ ਨਮਸਕਾਰਾਂ ਕਰਦੇ ਆ। ਮਹਾਰਾਜ ਸਾਹਿਬ ਜੀ ਕੋਲੋਂ ਖੁਸ਼ੀਆਂ ਲੈਂਦੇ ਹਨ। ਦੱਖਣ ਮਹਿ ਉਜੈਨਪੁਰ ਰਹਿ। ਫਿਰ ਕਹਿੰਦੇ ਦੱਖਣ ਦੇ ਵਿੱਚ ਜਿਹੜੇ ਉਜੈਨਪੁਰ ਵਿੱਚ ਰਹਿੰਦੇ ਸਨ, ਬਹੁਰ ਹੈਦਰਾਬਾਦ ਨਗਰ ਹੈ। ਫਿਰ ਹੈਦਰਾਬਾਦ ਨਗਰ ਹੈ। ਫਿਰ ਇਹ ਸਭ ਥਾਵਾਂ ਤੋਂ ਜਿੰਨੀ ਵੀ ਸੰਗਤ ਆਈ ਹੈ, ਸਭ ਪੁਰ ਤੇ ਸਿੱਖ ਸੰਗਤ ਆਵੈ। ਇਹ ਸਾਰੇ ਦੇਸ਼ਾਂ ਤੋਂ, ਪੁਰੀਆਂ ਤੋਂ, ਨਗਰਾਂ ਤੋਂ, ਸ਼ਹਿਰਾਂ ਤੋਂ ਜਿਤਨੀ ਵੀ ਸੰਗਤ ਆਈ ਸੀ, ਦਰਸ਼ਨ ਕਰੇ ਕਾਮਨਾ ਪਾਵੈ। ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਅਤੇ ਮਨ ਦੀਆਂ ਇੱਛਾ ਪੂਰੀਆਂ ਕਰਦੇ। ਜੈਸੀ ਵੀ ਕੋਈ ਕਾਮਨਾ ਹੁੰਦੀ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਦੀ ਇੱਛਾ ਪੂਰੀ ਕਰਦੇ ਆ। ਇਮ ਚਹੁ ਚੱਕਨ ਸਜਸ ਕਸਾਰਾ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਚਾਰ ਚੱਕਾਂ ਦੇ ਵਿੱਚ ਜਸ ਫੈਲਿਆ ਹੈ। ਚਲੇ ਆਏ ਗੁਰ ਕੇ ਦਰਬਾਰਾ। ਸਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਚੱਲੇ ਆਉਂਦੇ ਨੇ। ਅਨਗਨ ਧਨ ਕੋ ਅਰਪਨ ਕਰੈ। ਬੇਅੰਤ ਧਨ, ਜੈਸਾ ਵੀ ਜਥਾ ਜੋ ਜੈਸਾ ਕਿਸੇ ਵਿੱਚ ਸ਼ਕਤੀ ਹੈ, ਲਿਆ ਕੇ ਅਣਗਿਣਤੀ ਧਨ ਗੁਰੂ ਪਾਤਸ਼ਾਹ ਜੀ ਦੇ ਦਾਰੂ ਭੇਟਾ ਕਰਦੇ ਹਨ। ਪਲਤ ਪਲਤ ਸੁਖ ਇੱਛਾ ਧਰੈ। ਲੋਕ ਪਰਲੋਕ ਸਵਾਰਨ ਦੀ ਸਾਰੀ ਇੱਛਾ ਧਾਰਨ ਕਰਦੇ ਆ। ਜੇ ਛਠ ਮਾਸ ਬੀਤ ਕਰ ਗਇਓ। ਐਸਾ ਜਿਵੇਂ 23 ਹਾੜ ਦਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸੀ ਗੁਰੂ ਕੇ ਲਾਹੌਰ ਮਾਤਾ ਜੀਤ ਕੌਰ ਜੀ ਦੇ ਨਾਲ 23 ਹਾੜ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਆਹ ਹੋਇਆ। ਤਾਂ ਹੁਣ ਜੇਠ ਦਾ ਮਹੀਨਾ ਵੀ ਸਾਰਾ ਬੀਤ ਗਿਆ ਹੈ। ਮੰਗਲ ਸਹਿਤ ਵਿਆਹ ਸਭ ਪਇਓ। ਬੜੇ ਆਨੰਦ ਮੰਗਲ ਦੇ ਸਹਿਤ, ਪ੍ਰਸੰਨਤਾ ਦੇ ਸਹਿਤ, ਖੁਸ਼ੀਆਂ ਦੇ ਨਾਲ
ਸਾਰਾ ਵਿਆਹ ਹੋ ਗਿਆ ਹੈ। ਰੁੱਤ ਕ੍ਰੀਖਮ ਤੇ ਤਪਤ ਵਿਸ਼ਾਲਾ ਕਹਿਣ ਲੱਗੇ ਗਰਮੀ ਦੀ ਭਾਰੀ ਰੁੱਤ ਆ ਗਈ ਹੈ, ਜੇਠ ਹਾੜ ਦੀ। ਸਦਰਵ ਤੀਰ ਬਹੁਜ ਕਿਰਪਾਲਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਸਾਹਿਬ ਗਰਮੀ ਦੇ ਵਿੱਚ ਸਤਲੁਜ ਦੇ ਕਿਨਾਰੇ ਕਿਨਾਰੇ ਟਹਿਲਣ ਵਾਸਤੇ ਜਾਂਦੇ ਆ। ਗੁਰੂ ਮਹਾਰਾਜ ਸਾਹਿਬ ਸਤਲੁਜ ਦੇ ਕਿਨਾਰੇ ਗਏ ਹਨ। ਨਿਤ ਜਲ ਕੇਲ ਉਤਾਰੇ ਚੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲ ਵਿੱਚ ਜਾਣ ਵਾਸਤੇ ਆਪਣੇ ਵਸਤਰ ਉਤਾਰੇ ਹੈ। ਹੋਏ ਪ੍ਰਵੇਸ਼ਨ ਨੀਰ ਗਹੀਰ ਗੁਰੂ ਮਹਾਰਾਜ ਸਾਹਿਬ ਜੀ ਡੂੰਘੇ ਪਾਣੀ ਦੇ ਵਿੱਚ ਵੜ ਗਏ ਨੇ। ਤਰਹ ਅਨੇਕ ਪ੍ਰਕਾਰ ਕਲੋਲ ਹੈ ਗੁਰੂ ਮਹਾਰਾਜ ਸਾਹਿਬ ਜੀ ਅਨੇਕਾਂ ਤਰ੍ਹਾਂ ਦੇ ਕੌਤਕ ਕਰਦੇ ਆ ਜਲ ਵਿੱਚ। ਇਤ ਉਤ ਧਾਏ ਧਾਏ ਕਰ ਡੋਲ ਹੈ ਇੱਧਰ ਉੱਧਰ ਜਲ ਦੇ ਵਿੱਚ ਜਾਂਦੇ ਨੇ। ਪੰਜੋ ਵੀਰ ਸੰਗ ਹੀ ਖੇਲ ਹੈ ਬਾਬਾ ਬੀਬੀ ਵੀਰੋ ਜੀ ਦੇ ਪੰਜੇ ਸਪੁੱਤਰ ਭਾਈ ਸੰਗੋ ਸ਼ਹਾਦਕ ਪੰਜੇ ਭਰਾ, ਉਹ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਸਤਲੁਜ ਦੇ ਪਾਣੀ ਦੇ ਵਿੱਚ ਖੇਡਦੇ ਹਨ। ਆਥਨ ਸਾਥ ਕੇ ਲਾਲ ਤਕੇਲ ਹੈ ਕਹਿੰਦੇ ਹੱਥਾਂ ਦੇ ਨਾਲ ਜਲ ਨੂੰ ਇੱਕ ਦੂਜੇ ਉੱਤੇ ਸਿੱਟਦੇ ਆ। ਸੂਰਜ ਮਲ ਕੇ ਪੋਤਰੇ ਦੋਈ ਦੋਵੇਂ ਪੋਤਰੇ ਬਾਬਾ ਸੂਰਜਮਲ ਜੀ ਦੇ ਸ਼ਾਮ ਰਾਜ ਸ਼ਾਮ ਸਿੰਘ ਤੇ ਗੁਲਾਬ ਰਾਜ, ਉਹ ਵੀ ਦੋਵੇਂ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਪਾਣੀ ਵਿੱਚ ਖੇਡਦੇ ਨੇ। ਕ੍ਰੀੜਾ ਕਰਹਿ ਗੁਰੂ ਸੰਗ ਸੋਈ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸਤਲੁਜ ਦੇ ਦਰਿਆ ਦੇ ਪਾਣੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਖੇਡਦੇ ਹਨ। ਕੁਲ ਭੱਲਿਆਂ ਕੇ ਬਾਲਕ ਕੇਈ ਫੇਰ ਭੱਲਿਆਂ ਦੀ ਕੁਲ ਦੇ ਜਿਤਨੇ ਵੀ ਬਾਲਕ ਗੁਰੂ ਮਹਾਰਾਜ ਸਾਹਿਬ ਜੀ ਦੀ ਬਰਾਬਰ ਦੀ ਉਮਰ ਦੇ ਨੇ, ਗੁਰ ਕੀ ਬੇ ਸਮਾਨ ਹੈ ਜਈ ਜਿਹੜੇ ਮਹਾਰਾਜ ਸਾਹਿਬ ਜੀ ਦੀ ਹਮ ਉਮਰ ਦੇ ਹਨ। ਦਇਆ ਰਾਮ ਪ੍ਰੋਹਤ ਗੁਰ ਕੇਰਾ ਬ੍ਰਾਹਮਣ ਦਇਆ ਰਾਮ ਜਿਹੜਾ ਗੁਰੂ ਘਰ ਦਾ ਪ੍ਰੋਹਤ ਹੈ, ਆਰ ਬਲਾ ਮਹਿ ਆਹ ਵਡੇਰਾ ਉਹ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲੋਂ ਉਮਰ ਵਿੱਚ ਵੱਡਾ ਹੈ। ਕਿਤ ਕਮ ਸੰਦਨ ਕੇ ਸੁਤ ਹੈ ਕਈ ਜਿਹੜੇ ਮੋਹਰੀ ਸਿੱਖ ਸਨ ਉਹਨਾਂ ਦੇ ਪੁੱਤਰ ਸਨ। ਨੰਦ ਚੰਦ ਆਦਿਕ ਸੰਗ ਰਹਿ ਜਿਹੜੇ ਮੋਹਰੀ ਭਾਈ ਨੰਦ ਭਾਈ ਚਾਂਦੇ ਮੋਹਰੀ ਮਸੰਦ ਸਨ ਗੁਰੂ ਘਰ ਦੇ, ਜਲ ਮਹਿ ਸਭ ਪ੍ਰਵੇਸ਼ ਜਬ ਹੋਏ ਉਹ ਸਾਰੇ ਜਲ ਵਿੱਚ ਪ੍ਰਵੇਸ਼ ਹੋ ਗਏ ਹੈ। ਗਿਨ ਗਿਨ ਕਾ ਕੀਨ ਸਿਦਿਸ਼ ਦੋਏ ਗੁਰੂ ਸਾਹਿਬ ਜੀ ਗਿਣ ਗਿਣ ਕੇ ਸਾਰਿਆਂ ਨੂੰ ਦੋਵਾਂ ਪਾਸਿਆਂ ਨੂੰ ਆਮੋ ਸਾਹਮਣੇ ਕਰ ਦਿੱਤਾ ਹੈ। ਕੀਟਨ ਸੰਗ ਜੰਗ ਕੋ ਕਰੈ ਇੱਕ ਦੂਜੇ ਉੱਤੇ ਪਾਣੀ ਦੇ ਨਾਲ ਛਿੱਟ ਕੇ ਜੰਗ ਕਰਦੇ ਐ। ਕੋ ਭਾਜੈ ਕੋ ਬਲ ਕਰ ਥਿਰੈ ਕੋਈ ਭੱਜ ਜਾਂਦਾ ਹੈ, ਕੋਈ ਖੜ ਜਾਂਦਾ ਹੈ। ਕਰਿਓ ਗੁਲਾਬ ਰਾਏ ਦਸ਼ ਏਕ ਗੁਰੂ ਮਹਾਰਾਜ ਸਾਹਿਬ ਜੀ ਨੇ ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ ਨੂੰ ਇੱਕ ਪਾਸੇ ਕੀਤਾ ਹੈ। ਦੇਹ ਦੂਜੀ ਹੋਏ ਜਲਦ ਬੇਕ ਦੂਜੇ ਪਾਸੇ ਗੁਰੂ ਮਹਾਰਾਜ ਸਾਹਿਬ ਜੀ ਸਨਮੁਖ ਆਪ ਹੋ ਗਏ ਐ। ਇਨ ਬਦ ਕਰ ਇੱਕ ਕੇ ਇੱਕ ਸਾਥ ਇਸ ਤਰ੍ਹਾਂ ਇੱਕ ਦੇ ਨਾਲ ਇੱਕ ਨੂੰ ਮਿੱਥ ਕੇ ਤੇਰਾ ਬਨਾਈ ਦਵਾ ਗੁਰਨਾਥ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੋ ਧਿਰਾਂ ਬਣਾ ਲਈਆਂ ਹਨ ਕਿ ਕੱਲੇ ਕੱਲੇ ਦੇ ਸਾਹਮਣੇ ਹੋ ਜਾਣਾ ਹੈ ਸਤਲੁਜ ਦਰਿਆ ਵਿੱਚ। ਇਥਕ ਬ੍ਰਿਥਕ ਹੋਆ ਸਨਮੁਖ ਖਰੇ ਕਹਿਣ ਲੱਗੇ ਵੱਖ-ਵੱਖ ਹੋ ਕੇ ਕੱਲਾ ਕੱਲਾ ਇੱਕ ਦੂਜਰੇ ਦੇ ਸਾਹਮਣੇ ਹੋ ਗਿਆ ਹੈ। ਬਲ ਕਰ ਸਭ ਛੀਟਨ ਤੇ ਭਰੇ ਕਹਿੰਦੇ ਆਮੋ ਸਾਹਮਣੇ ਹੋ ਕੇ ਆਪੋ ਆਪਣਾ ਜ਼ੋਰ ਲਾ ਕੇ ਬਲ ਦੇ ਨਾਲ ਜਿਹੜਾ ਸਤਲੁਜ ਦਰਿਆ ਵਿੱਚ ਜੰਗ ਕਰਦੇ ਐ। ਸਮੁਖ ਛੀਟ ਹੱਥਨ ਤੇ ਮਾਰ ਸਾਹਮਣੇ ਸਾਹਮਣੇ ਹੋ ਕੇ ਹੱਥਾਂ ਨਾਲ ਇੱਕ ਦੂਜੇ ਦੇ ਛਿੱਟੇ ਮਾਰਦੇ ਹਨ। ਪੁਨਹ ਧਕੇਲ ਹੈ ਹਾਥ ਉਬਾਰ ਹੈ ਫਿਰ ਕਹਿੰਦੇ ਹੱਥ ਉਭਾਰ ਕੇ ਇੱਕ ਦੂਜੇ ਨੂੰ ਧੱਕਦੇ ਆ ਪਾਣੀ ਵਿੱਚ। ਗੁਣ ਹੱਠ ਮਿਲ ਮਿਲ ਵਿਆਕੁਲ ਕਰੈ ਇੱਕ ਦੂਸਰੇ ਦੇ ਨਾਲ ਮਿਲ ਮਿਲ ਕੇ ਪਾਣੀ ਦੇ ਵਿੱਚ ਖੇਡਾਂ ਕਰਦੇ ਨੇ। ਨਹਿ ਨਾ ਬਲੋਚਨ ਉਗਰਨ ਪਰੈ ਕਹਿੰਦੇ ਅੱਖਾਂ ਨਹੀਂ ਖੋਲਦੇ, ਅੱਖਾਂ ਬੰਦ ਕਰਕੇ ਇੱਕ ਦੂਸਰੇ ਨਾਲ ਖੇਡਦੇ ਆ। ਕੁਦਰਤ ਹੀ ਜਲ ਬਲ ਤੇ ਲੈ ਅੱਖਾਂ ਮੀਟ ਕੇ ਜਲ ਦੇ ਥੱਲੇ ਚਲੇ ਜਾਂਦੇ ਆ। ਸਮੁਖ ਖਰੇ ਤੇ ਛੀਟ ਧਕੇਲਾ ਸਾਹਮਣੇ ਖੜੇ ਹੋ ਕੇ ਬਿਆੰਤਾਂ ਬਣਾਉਂਦੇ ਨੇ। ਕੋ ਵਿਆਕੁਲ ਹੋਆ ਭਾਜ ਸਿਧਾਵਾ ਕੋਈ ਵਿਆਕੁਲ ਹੋ ਕੇ ਭੱਜ ਜਾਂਦਾ ਹੈ। ਇਹ ਰੋਕਹਿ ਸੋ ਜਾਨ ਨਾ ਪਾਵਾ ਕੋਈ ਦੂਸਰਾ ਦੂਸਰੇ ਨੂੰ ਜ਼ੋਰ ਨਾਲ ਰੋਕ ਲੈਂਦਾ, ਜਾਣ ਨਹੀਂ ਦਿੰਦਾ। ਦੁਆ ਘਟਕਾ ਲੱਗ ਕਰ ਕਰ ਜ਼ੋਰ ਕਹਿਣ ਲੱਗੇ ਇਸ ਤਰ੍ਹਾਂ 2 ਘੜੀਆਂ ਤੱਕ ਜ਼ੋਰ ਲਾ ਕੇ ਸੀਤਨ ਸੰਗ ਫਿਰੇ ਜੁਗ ਔਰ ਪਾਣੀ ਦੇ ਵਿੱਚ 2 ਦਲ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸਮੇਤ ਪਾਣੀ ਵਿੱਚ ਭਿੜੇ ਹਨ। ਸ੍ਰੀ ਗੋਬਿੰਦ ਸਿੰਘ ਬਲ ਕਰ ਫੇਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਲ ਕਰਕੇ ਲਿਓ ਗੁਲਾਬ ਰਾਏ ਕੋ ਘੇਰ ਬਾਬਾ ਸੂਰਜਮਲ ਜੀ ਦੇ ਪੋਤਰੇ ਗੁਲਾਬ ਰਾਏ ਨੂੰ ਘੇਰ ਲਿਆ ਹੈ। ਨੇਤਰ ਨਹੀਂ ਉਗਰਨ
ਕੋ ਪਾਵੈ। ਗੁਰੂ ਮਹਾਰਾਜ ਸਾਹਿਬ ਜੀ ਨੇ ਐਸਾ ਘੇਰਿਆ, ਉਹਨੂੰ ਅੱਖਾਂ ਨਹੀਂ ਖੋਲਣ ਦਿੰਦੇ। ਸਵਾਸ ਨਾਸਿਕਾ ਆਏ ਨਾ ਜਾਵੈ। ਕਹਿਣ ਲੱਗੇ ਵੀ ਉਹਦੇ ਨਾਸਾਂ ਵਿੱਚ ਸਾਹ ਨਹੀਂ ਆਉਂਦਾ ਹੈ। ਨੀਠ ਨੀਠ ਲਾਭੇ ਬਲ ਹੋਵਾ। ਕਹਿਣ ਲੱਗੇ ਮਸਾਂ ਮਸਾਂ ਸਾਹ ਲੈ ਕੇ ਵਿਆਕੁਲ ਹੋ ਗਿਆ। ਗੁਰ ਕੇ ਸਮੁਖ ਨਾ ਜਾਏ ਖਰੋਵਾ। ਗੁਰੂ ਸਾਹਿਬ ਜੀ ਦੇ ਸਾਹਮਣੇ ਖੜੋਇਆ ਨਹੀਂ ਜਾਂਦਾ। ਬਾਜ ਚੱਲਿਓ ਜਲ ਤਜ ਕੈ ਫੇਰ। ਫਿਰ ਉਹ ਜਲ ਨੂੰ ਛੱਡ ਕੇ ਭੱਜ ਚੱਲਿਆ ਗੁਲਾਬ ਰਾਏ। ਕਿਉ ਨਿਕਸ ਘੇਰਿਓ ਬਹੁ ਵੇਰ। ਬਹੁਤ ਵਾਰ ਘੇਰਨ ਤੇ ਵੀ ਫਿਰ ਵੀ ਨਿਕਲ ਗਿਆ। ਜਾ ਜਮ ਪਰ ਪਟ ਸਭ ਕੇ ਪਰੇ। ਕਹਿਣ ਲੱਗੇ ਖੱਦਰ ਦੀ ਚਾਦਰ ਜੋ ਸਾਰਿਆਂ ਦੇ ਕੱਪੜੇ ਪਏ ਹੋਏ ਸਨ, ਭਾਗ ਬੰਦੀ ਜਿਉ ਕੀ ਤਿਉ ਕਰੇ। ਤੇ ਸਾਰਿਆਂ ਦੀਆਂ ਵਾਧੂ ਜਿਹੜੀਆਂ ਦਸਤਾਰਾਂ ਸਨ ਉਹ ਵੀ ਉੱਥੇ ਪਈਆਂ ਸਨ। ਨਿਕਸ ਗੁਲਾਬ ਰਾਏ ਤਤਕਾਲਾ। ਗੁਲਾਬ ਰਾਏ ਪਾਣੀ ਵਿੱਚੋਂ ਛੇਤੀ ਨਾਲ ਬਾਹਰ ਨਿਕਲ ਗਿਆ। ਜਲ ਅੰਖਨ ਮਹਿ ਭਇਓ ਬਿਹਾਲਾ। ਕਹਿੰਦੇ ਅੱਖਾਂ ਵਿੱਚ ਜਲ ਪੈਣ ਕਰਕੇ ਵਿਆਕੁਲ ਹੋ ਗਿਆ ਗੁਲਾਬ ਰਾਏ। ਜਾਤੇ ਨਿਕਸ ਧਾਏ ਕਰ ਆਏ। ਪਾਣੀ ਵਿੱਚੋਂ ਨਿਕਲ ਕੇ ਬਾਹਰ ਭੱਜ ਗਿਆ। ਸ੍ਰੀ ਗੁਰ ਕੀ ਲਈ ਬਾਗ ਉਠਾਏ। ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਦਸਤਾਰ ਚੱਕ ਲਈ ਹੈ ਗੁਲਾਬ ਰਾਏ ਨੇ। ਨਿਜ ਸਿਰ ਧਰ ਕਰ ਦੌਰਨ ਕਰਿਓ। ਗੁਰੂ ਮਹਾਰਾਜ ਸਾਹਿਬ ਜੀ ਦੀ ਦਸਤਾਰ ਸਿਰ ਤੇ ਸਜਾ ਕੇ ਦੌੜ ਗਿਆ ਹੈ। ਤਬ ਸੰਗੋ ਤੇ ਜਾਤ ਨਿਹਰਿਓ। ਫਿਰ ਕਹਿੰਦੇ ਸੰਗੋ ਸ਼ਾਹ ਨੇ ਉਹਨੂੰ ਜਾਂਦੇ ਨੂੰ ਵੇਖਿਆ। ਕਹਿ ਬੇ ਧਾਇਓ ਊਚ ਉਚਾਰਾ। ਕਹਿਣ ਲੱਗੇ ਭਾਈ ਸੰਗੋ ਸ਼ਾਹ ਉਹਨੂੰ ਫੜਨ ਵਾਸਤੇ ਦੌੜ ਕੇ ਮਗਰ ਭੱਜਿਆ ਤੇ ਉੱਚੀ ਉੱਚੀ ਆਵਾਜ਼ਾਂ ਮਾਰਦਾ ਹੈ। ਸਿਰ ਪਰ ਤੁਮ ਗੁਰ ਕੀ ਦਸਤਾਰਾ। ਕਹਿਣ ਲੱਗਿਆ ਇਹ ਗੁਲਾਬ ਰਾਏ ਤੇ ਗੁਰੂ ਸਾਹਿਬ ਜੀ ਦੀ ਸਿਰ ਤੇ ਦਸਤਾਰ ਰੱਖ ਲਈ ਹੈ। ਆਪਣੀ ਲਿਹੋ ਪਛਾਨ ਕੈ ਆਏ। ਆ ਕੇ ਆਪਣੀ ਪੱਗ ਪਛਾਣ ਕੇ ਲੈ ਜਾਵ। ਮਤ ਥਿਰ ਰਹੀ ਨਾ ਜਲ ਵਿੱਚ ਲਾਏ। ਕਹਿਣ ਲੱਗੇ ਵੀ ਜਲ ਵਿੱਚ ਤੇਰਾ ਦਿਮਾਗ ਤੇਰੀ ਬੁੱਧੀ ਫਿਰ ਗਈ ਹੈ। ਗੁਰੂ ਸਾਹਿਬ ਦੀ ਦਸਤਾਰ ਹੈ। ਸੁਨਤ ਡਰਿਓ ਪੁਨ ਹਟ ਕਰ ਆਵਾ। ਜਦੋਂ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਸੰਗੋ ਸ਼ਾਹ ਜੀ ਨੇ ਸੁਣ ਕੇ ਗੁਲਾਬ ਰਾਏ ਡਰ ਗਿਆ ਤੇ ਮੁੜ ਆਇਆ ਛੇਤੀ ਨਾਲ। ਇਹ ਸਭ ਹਿਨ ਪਟ ਬ੍ਰਿੰਦ ਧਰਾਵਾ। ਜਿੱਥੇ ਸਾਰਿਆਂ ਦੇ ਵਸਤਰ ਖੱਦਰ ਦੀ ਚਾਦਰ ਉੱਤੇ ਪਏ ਸਨ। ਆਪਣੀ ਪਗੀਆ ਕੀ ਨਚਨਾਰੀ। ਆ ਕੇ ਆਪਣੀ ਦਸਤਾਰ ਦੀ ਪਛਾਣ ਕੀਤੀ ਹੈ। ਚਾਹਤ ਸਿਰ ਕੀ ਧਰੋਂ ਉਤਾਰੀ। ਚਾਹੁੰਦਾ ਸੀ ਵੀ ਆਪਣੀ ਦਸਤਾਰ ਪਛਾਣ ਕੇ ਬੰਨ ਲਵਾਂ। ਸ੍ਰੀ ਕਲਗੀ ਧਰ ਨੇ ਗਰਸਾਇਓ। ਕਲਗੀਧਰ ਮਹਾਰਾਜ ਸਾਹਿਬ ਜੀ ਨੇ ਦੇਖ ਲਿਆ ਤੇ ਆਪਣੀ ਦਸਤਾਰ ਪਹਿਚਾਣ ਲਈ ਹੈ। ਕਰਿਓ ਬਾਗ ਅਬ ਨਹੀਂ ਉਤਾਰੋ। ਗੁਰੂ ਮਹਾਰਾਜ ਸਾਹਿਬ ਕਹਿੰਦੇ ਵੀ ਹੁਣ ਇਹ ਦਸਤਾਰ ਤੂੰ ਨਹੀਂ ਉਤਾਰਨੀ। ਇਹੀ ਬਾਗ ਨਿਜ ਸਿਰ ਪਰ ਧਾਰੋ। ਇਹ ਸਾਡੀ ਵਾਲੀ ਦਸਤਾਰ ਹੀ ਤੂੰ ਆਪਣੇ ਸੀਸ ਤੇ ਧਾਰਨ ਕਰਕੇ ਰੱਖ। ਏਕ ਸਮੈ ਐਸੋ ਹੋਏ ਜਾਈ। ਕਹਿਣ ਲੱਗੇ ਇੱਕ ਸਮਾਂ ਐਸਾ ਆਵੇਗਾ। ਕਹਿਣ ਲੱਗੇ ਤੂੰ ਪਹਿ ਪਗਿਆ ਗੁਰਿਆਈ। ਇਹ ਤੂੰ ਗੁਰਿਆਈ ਦੀ ਪੱਗ ਪਾ ਲਈ ਹੈ। ਹੁਣ ਇੱਕ ਸਮਾਂ ਐਸੇ ਆਵੇਗਾ ਕਿ ਇਹ ਗੁਰਿਆਈ ਤੇਰੇ ਸਿਰ ਤੇ ਵੀ ਆਵੇਗੀ। ਅਬ ਲਾਇਕ ਪਗੀਆ ਇਹ ਤੇਰੇ। ਕਹਿਣ ਲੱਗੇ ਹੁਣ ਇਹ ਪੱਗ ਤੇਰੇ ਲਾਇਕ ਹੈ। ਕਬਹਾਂ ਦੇਹ ਪਦ ਤੋਹੇ ਉਚੇਰੇ। ਕਦੇ ਤੈਨੂੰ ਉੱਚੀ ਪਦਵੀ ਪ੍ਰਾਪਤ ਹੋਵੇਗੀ ਗੁਲਾਬ ਰਾਏ। ਰਾਸ ਕਰੇ ਸੁਨ ਕੈ ਗੁਰ ਬੈਨ। ਗੁਰੂ ਮਹਾਰਾਜ ਸਾਹਿਬ ਜੀ ਦੇ ਐਸੇ ਬਚਨ ਸੁਣ ਕੇ ਡਰ ਗਿਆ ਗੁਲਾਬ ਰਾਏ। ਦੇਖਨ ਚਿੱਤੀ ਮਨ ਰਿਸ ਹੈ ਨ। ਕਿ ਇਹ ਦੇਖ ਰਿਹਾ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਮਨ ਵਿੱਚ ਕਿਤੇ ਐਸਾ ਰੋਸ ਨਾ ਆ ਗਿਆ ਹੋਵੇ ਕਿ ਮੈਂ ਗੁਰੂ ਸਾਹਿਬ ਜੀ ਦੀ ਭੁਲੇਖੇ ਨਾਲ ਦਸਤਾਰ ਸਿਰ ਤੇ ਰੱਖ ਲਈ ਹੈ। ਤਬ ਸਤਿਗੁਰ ਨੇ ਅਪਰ ਮੰਗਾਈ। ਗੁਰੂ ਮਹਾਰਾਜ ਸਾਹਿਬ ਜੀ ਨੇ ਹੋਰ ਦਸਤਾਰ ਘਰੋਂ ਮਹਿਲਾਂ ਵਿੱਚੋਂ ਮੰਗਵਾਈ ਹੈ। ਆਸ ਬਿਲਾਸ ਕਰਹਿ ਸਮਦਾਈ। ਸਾਰਿਆਂ ਨਾਲ ਹਾਸ ਬਿਲਾਸ ਕਰਦੇ ਹਨ। ਭਲੋ ਭਜਾਇਓ ਥਿਰ ਨਹਿ ਰਹਿਓ। ਕਹਿਣ ਲੱਗੇ ਸਾਰਿਆਂ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਭਜਾਇਆ, ਠਹਿਰਦੇ ਨਹੀਂ ਹਨ। ਬਹਿਰ ਨਿਕਸ ਵੀ ਸੁਧ ਨਹਿ ਲਹਿਓ। ਬਹੁਤ ਸਮਾਂ ਸਤਲੁਜ ਦੇ ਦਰਿਆ ਵਿੱਚ ਸਤਿਗੁਰੂ ਸਾਹਿਬ ਜੀ ਖੇਡੇ ਆ ਤੇ ਕਿਸੇ ਨੂੰ ਵੀ ਪਾਣੀ ਸਭ ਦੇ ਨੱਕ ਵਿੱਚ, ਮੂੰਹ ਵਿੱਚ, ਸਿਰ ਵਿੱਚ ਪੈ ਗਿਆ, ਸੋਝੀ ਨਹੀਂ ਰਹੀ ਹੈ। ਜਬ ਹੈ ਗੁਰੂ ਅਨੰਦਪੁਰ ਤਿਆਗੇ। ਜਦੋਂ ਗੁਰੂ ਮਹਾਰਾਜ ਸਾਹਿਬ ਜੀ ਨੇ ਅਨੰਦਪੁਰ ਛੱਡਿਆ ਹੈ, ਅਬ ਚਲ ਨਗਰ ਜਾਨ ਕਹੋ ਲਾਗੇ। ਦੱਖਣ ਦੇਸ਼ ਨੂੰ ਅਵਚਲ ਨਗਰ ਨੂੰ ਗੁਰੂ ਮਹਾਰਾਜ ਸਾਹਿਬ ਜਾਣ ਲੱਗੇ। ਕਹਾਂ ਜਾਏ ਬੈਕੁੰਠ ਪਧਾਰੇ। ਉੱਥੇ ਜਾ ਕੇ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਬੈਕੁੰਠ ਨੂੰ ਚਲੇ ਗਏ ਸਨ, ਨਹਿ ਪੀਛਾ ਕੋ ਗੁਰੂ ਨਿਹਾਏ। ਗੁਰੂ ਮਹਾਰਾਜ ਸਾਹਿਬ ਜੀ ਨੇ ਮੁੜ ਕੇ ਨਹੀਂ ਵਾਪਸ ਵੇਖਿਆ। ਤਬ ਅਨੰਦਪੁਰ ਸੁਨੀ ਜਾਨ। ਕਹਿਣ ਲੱਗੇ ਉਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਸੁਣਨੇ ਜਾਣ ਕੇ ਤੇਰਿਓ ਗੁਲਾਬ ਰਾਏ ਤਹ ਆਨ। ਗੁਲਾਬ ਰਾਏ ਉੱਥੇ ਆ ਕੇ ਠਹਿਰ ਗਿਆ ਸੀ ਸ੍ਰੀ ਅਨੰਦਪੁਰ ਸਾਹਿਬ। ਬੋਲੀ ਦੀਪ ਮਾਲਿਕੋ ਮੇਲਾ।
ਕਹਿਣ ਲੱਗੇ ਹੋਲੇ ਦਾ ਤੇ ਦੀਪਮਾਲ ਦਾ ਜਿਸ ਵੇਲੇ ਜੋੜ ਮੇਲਾ ਹੋਇਆ। ਲੱਖ ਗੁਰਪੁਰ ਕੋ ਹੋਏ ਸਕੇਲਾ। ਕਹਿਣ ਲੱਗੇ ਗੁਰੂ ਮਹਾਰਾਜ ਸਾਹਿਬ ਜੀ ਦਾ ਨਗਰ ਜਾਣ ਕੇ ਬਹੁਤ ਸੰਗਤ ਇਕੱਠੀ ਹੋਈ ਸ੍ਰੀ ਅਨੰਦਪੁਰ ਸਾਹਿਬ। ਤਬ ਮੰਜੀ ਕੋ ਬੈਠਾ ਲਾਏ। ਉਸ ਵੇਲੇ ਗੁਲਾਬ ਰਾਏ ਮੰਜੀ ਲਾ ਕੇ ਬੈਠ ਗਿਆ ਸੀ ਸ੍ਰੀ ਅਨੰਦਪੁਰ ਸਾਹਿਬ। ਇਹ ਸੋ ਪੂਜਾ ਧਨ ਸਮੁਦਾਏ। ਜਿਤਨਾ ਵੀ ਪੂਜਾ ਆਦਿਕ ਦਾ ਧਨ ਸੀ ਉਹ ਸਾਰਾ ਧਨ ਲੈ ਲੈਂਦਾ। ਕੇਤਿਕ ਬਰਖ ਰਖਿਓ ਤਹ ਜੀਵਤ। ਕਈ ਸਾਲ ਤੱਕ ਕੇਤਕ ਬਰਖ ਰਹਿਓ ਤਹ ਜੀਵਤ। ਕਈ ਸਾਲ ਤੱਕ ਗੁਲਾਬ ਰਾਏ ਜਿਉਂਦਾ ਰਿਹਾ ਤੇ ਸ੍ਰੀ ਅਨੰਦਪੁਰ ਸਾਹਿਬ ਮੰਜੀ ਲਾ ਕੇ ਬੈਠਦਾ ਰਿਹਾ। ਸੰਗਤ ਮਹਿ ਗੁਰ ਆਪੇ ਜੀਵਤ। ਸੰਗਤ ਦੇ ਵਿੱਚ ਆਪੇ ਹੀ ਗੁਰੂ ਬਣ ਕੇ ਬੈਠ ਗਿਆ ਸੀ ਗੁਲਾਬ ਰਾਏ। ਇਹ ਬਚ ਕਰਿਓ ਸਫਲਤਾ ਪਾਇਓ। ਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜਾ ਉਸ ਵੇਲੇ ਬਚਨ ਕਰਤਾ ਸੀ ਨਾ, ਸਤਲੁਜ ਦਰਿਆ ਦੇ ਪਾਣੀ ਵਿੱਚ ਖੇਡਦਿਆਂ ਭੁਲੇਖੇ ਨਾਲ ਗੁਲਾਬ ਰਾਏ ਗੁਰੂ ਸਾਹਿਬ ਜੀ ਦੀ ਦਸਤਾਰ ਸਿਰ ਤੇ ਰੱਖ ਕੇ ਦੌੜ ਗਿਆ। ਸ਼ੰਗੋ ਸ਼ਾਹ ਨੇ ਪਿੱਛੇ ਆਵਾਜ਼ ਮਾਰ ਕੇ ਮੋੜਿਆ ਕਿ ਆ ਭਾਈ ਗੁਲਾਬ ਰਾਏ, ਇਹ ਦਸਤਾਰ ਗੁਰੂ ਸਾਹਿਬ ਦੀ ਹੈ, ਤੇਰੀ ਨਹੀਂ ਹੈ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਵਾਪਸ ਨਹੀਂ ਲਈ ਦਸਤਾਰ। ਤੇ ਇੱਕ ਵਾਰੀ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ, ਇਹ ਦਸਤਾਰ ਤੂੰ ਗੁਰਿਆਈ ਦੀ ਆਪਣੇ ਸਿਰ ਤੇ ਰੱਖੀ ਆ, ਇੱਕ ਵਾਰ ਤੇਰੇ ਕੋਲੇ ਗੁਰਿਆਈ ਜ਼ਰੂਰ ਆਵੇਗੀ। ਤਾਂ ਗੁਰੂ ਸਾਹਿਬ ਜਿਸ ਵੇਲੇ ਅਨੰਦਪੁਰ ਸਾਹਿਬ ਚਲੇ ਗਏ, ਕਵੀ ਰਾਜ ਜੀ ਉਸ ਵੇਲੇ ਦਾ ਪ੍ਰਸੰਗ ਲਿਖਦੇ ਆ। ਅਨੰਦਪੁਰ ਸਾਹਿਬ ਛੱਡ ਕੇ ਜਦੋਂ ਦੱਖਣ ਦੇਸ਼ ਨੂੰ ਗਏ, ਮੁੜ ਕੇ ਮਹਾਰਾਜ ਸਾਹਿਬ ਵਾਪਸ ਸ੍ਰੀ ਅਨੰਦਪੁਰ ਸਾਹਿਬ ਨਹੀਂ ਆਏ। ਤਾਂ ਗੁਲਾਬ ਰਾਏ ਕੀਰਤਪੁਰ ਸਾਹਿਬ ਤੋਂ ਆ ਕੇ ਸ੍ਰੀ ਅਨੰਦਪੁਰ ਸਾਹਿਬ ਬੈਠ ਗਿਆ ਮੰਜੀ ਸਜਾ ਕੇ। ਤਾਂ ਸੰਗਤ ਆ ਕੇ ਗੁਲਾਬ ਰਾਏ ਨੂੰ ਮੱਥਾ ਟੇਕਦੀ। ਜਿਤਨੀ ਵੀ ਪੂਜਾ ਪ੍ਰਤਿਸ਼ਠਾ ਹੁੰਦੀ ਸਾਰੀ ਦੀ ਸਾਰੀ ਗੁਲਾਬ ਰਾਏ ਇਕੱਠੀ ਕਰ ਲੈਂਦਾ। ਜਿਤਨਾ ਚਿਰ ਜਿਉਂਦਾ ਰਿਹਾ ਸੰਗਤ ਦੇ ਵਿੱਚ ਆਪਣੇ ਆਪ ਨੂੰ ਗੁਰੂ ਕਹਾਉਂਦਾ ਰਿਹਾ। ਔਰ ਅਹੰਕਾਰ ਅਧਿਕ ਹੋਏ ਗਇਓ। ਕਹਿਣ ਲੱਗੇ ਜਦੋਂ ਧਨ ਬਹੁਤਾ ਆ ਗਿਆ, ਹੋਰ ਸੰਗਤ ਦੀ ਪੂਜਾ ਪ੍ਰਤਿਸ਼ਠਾ ਬਹੁਤੀ ਹੋ ਗਈ, ਵਡਿਆਈ ਬਹੁਤੀ ਹੋ ਗਈ, ਤਾਂ ਇਹਦੇ ਮਨ ਵਿੱਚ ਹੰਕਾਰ ਹੋ ਗਿਆ ਹੈ। ਸਤਿਗੁਰ ਬੈਠਣ ਕੋ ਜਹ ਥਾਨ। ਤੇ ਅਨੰਦਪੁਰ ਸਾਹਿਬ ਵਿੱਚ ਗੁਰੂ ਸਾਹਿਬ ਜੀ ਦੇ ਬੈਠਣ ਦਾ ਜਿਹੜਾ ਸਥਾਨ ਸੀ, ਪੂਜਾ ਹਿਤ ਬੈਠੈ ਤਹ ਆਨ। ਉੱਥੇ ਪੂਜਾ ਕਰਾਉਣ ਵਾਸਤੇ ਗੁਰੂ ਮਹਾਰਾਜ ਸਾਹਿਬ ਜੀ ਦੇ ਸਥਾਨ ਤੇ ਆ ਕੇ ਬੈਠ ਜਾਂਦਾ ਸੀ ਗੁਲਾਬ ਰਾਏ। ਇਕ ਗੁਰ ਬਖਸ਼ ਸਾਧ ਤਹ ਤਿਆਗਾ। ਗੁਰੂ ਮਹਾਰਾਜ ਸਾਹਿਬ ਜੀ ਨੇ ਜਾਣ ਲੱਗੇ ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਗੁਰਬਖਸ਼ ਨਾਂ ਦਾ ਸਾਧੂ ਸੀ, ਉੱਥੇ ਛੱਡ ਕੇ ਗਏ ਸਨ ਮਹਾਰਾਜ ਸਾਹਿਬ ਜੀ। ਉਸ ਵੇਲੇ ਉਹਨੂੰ ਜਦੋਂ ਸ੍ਰੀ ਅਨੰਦਪੁਰ ਸਾਹਿਬ ਛੱਡਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਪੁੱਛਿਆ ਸਿੱਖਾਂ ਨੂੰ। ਕਹਿਣ ਲੱਗੇ, ਸਿੰਘੋ ਭਾਈ ਦੱਸੋ ਕੌਣ ਇੱਥੇ ਰਹੇਗਾ, ਕੌਣ ਸੇਵਾ ਸੰਭਾਲ ਕਰੇਗਾ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਦੀ, ਇਸ ਸਥਾਨ ਦੀ। ਤਾਂ ਉਸ ਵੇਲੇ ਕਿਸੇ ਨੇ ਹਾਮੀ ਨਾ ਭਰੀ। ਤਾਂ ਫਿਰ ਇੱਕ ਸਾਧੂ ਸੀ ਗੁਰਬਖਸ਼ ਭਾਈ, ਉਹ ਗੁਰਬਖਸ਼ ਨੂੰ ਮਹਾਰਾਜ ਸਾਹਿਬ ਜੀ ਨੇ ਉੱਥੇ ਛੱਡ ਦਿੱਤਾ। ਕਹਿਣ ਲੱਗੇ ਤੂੰ ਰੋਜ਼ ਇੱਥੇ ਦੀਵਾ ਜਗਾਉਣਾ, ਝਾੜੂ ਪੋਚਾ ਕਰਨਾ, ਸਥਾਨ ਦੀ ਸੇਵਾ ਸੰਭਾਲ ਕੇ ਰੱਖਣੀ ਹੈ। ਉਹ ਜਿਹੜਾ ਗੁਰਬਖਸ਼ ਸਾਧੂ ਸੀ ਮਹਾਤਮਾ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਛੱਡ ਕੇ ਗਏ ਸਨ, ਸ੍ਰੀ ਗੁਰੂ ਤੇਗ ਬਹਾਦਰ ਜਾਗਾ। ਜਿਹੜਾ ਉੱਥੇ ਜਿਹਨੂੰ ਕਿਹਾ ਸੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਜਿਹੜੀ ਜਗ੍ਹਾ ਹੈ, ਪਾਵਨ ਸਥਾਨ ਹੈ। ਧੂਪ ਦੀਪ ਨਿਤ ਕਲ ਤੇ ਰਹੀ ਹੈ। ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਹੁਕਮ ਲਾ ਕੇ ਗਏ ਸਨ ਕਿ ਇੱਥੇ ਰੋਜ਼ ਧੂਪ ਦੀਪ ਆਦਿ ਕਰਨਾ, ਆਪਣੇ ਇਹ ਗੁਰੂ ਸਾਹਿਬ ਦੇ ਸਥਾਨ ਨੂੰ ਸਾਂਭਣਾ ਹੈ। ਆਨ ਥਾਨ ਜਪੋ ਜਹ ਚਹੀ ਹੈ। ਕਿਹਾ ਸੀ ਕਿ ਇਸ ਸਥਾਨ ਨੂੰ ਛੱਡ ਕੇ ਨਹੀਂ ਜਾਣਾ, ਇੱਥੇ ਹੀ ਰਹਿਣਾ ਹੈ ਮਹਾਰਾਜ ਜੀ ਦੇ ਸਥਾਨ ਤੇ। ਤਾਂ ਹੁਣ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਸਦਾ ਹੀ ਉਹ ਸ੍ਰੀ ਅਨੰਦਪੁਰ ਸਾਹਿਬ ਰਹਿੰਦਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਥਾਨ ਦੀ ਸੇਵਾ ਕਰਦਾ ਸੀ। ਰਹਿਤ ਹੋਤੋ ਸੋ ਤਿਸਹੀ ਥਾਨ। ਕਹਿਣ ਲੱਗੇ ਜਿਹੜਾ ਗੁਲਾਬ ਰਾਏ ਉੱਥੇ ਰਹਿੰਦਾ ਸੀ, ਮਹਾਰਾਜ ਸਾਹਿਬ ਜੀ ਦਾ ਹੁਕਮ ਪਾ ਕੇ ਗੁਲਾਬ ਪਿੱਛੋਂ ਗੁਲਾਬ ਰਾਏ ਕੋ ਮਾਨ। ਉਹਨੇ ਜਦ ਗੁਲਾਬ ਰਾਏ ਦੇ ਹੰਕਾਰ ਨੂੰ ਦੇਖਿਆ, ਜਬ ਗੁਰ ਥਲ ਪਰ ਬੈਠਿਓ ਜਾਏ। ਜਦੋਂ ਇਹ ਗੁਲਾਬ ਰਾਏ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸਥਾਨ ਸੀ ਜਿਹੜਾ, ਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀਵਾਨ ਸਜਾਉਂਦੇ ਹੁੰਦੇ ਸਨ, ਜਦੋਂ ਇਹ ਉੱਥੇ ਆ ਕੇ ਬੈਠ ਗਿਆ ਤੇ ਉਹ ਗੁਰਬਖਸ਼ ਸਾਧੂ ਨੇ ਮਹਾਤਮਾ ਨੇ ਦੇਖਿਆ। ਤਬ ਗੁਰ ਬਖਸ਼ ਸਾਧ ਤਹ ਆਏ। ਉਸ ਵੇਲੇ ਉਹ ਸਾਧੂ ਜੋ ਮਹਾਰਾਜ ਸਾਹਿਬ ਜੀ ਨੇ ਉੱਥੇ ਛੱਡ ਕੇ ਗਏ ਸੀ ਗੁਰੂ ਸਾਹਿਬ, ਉਹ ਆਇਆ ਗੁਲਾਬ ਰਾਏ ਕੋਲ। ਮ੍ਰਿਤ ਬਾਕਨ ਤੇ ਕਹਿ ਸਮਝਾਇਓ। ਉਹਨੇ ਬੇਨਤੀ ਕਰਕੇ ਕਿ ਗੁਰੂ ਸਾਹਿਬ ਜੀ ਦੀ ਅੰਸ਼ ਬੰਸ ਹੈ, ਬਾਬਾ ਸੂਰਜਮਲ ਜੀ ਦਾ ਪੋਤਰਾ ਹੈ,
ਬੜੇ ਮਿੱਠੇ ਬਚਨਾਂ ਦੇ ਨਾਲ ਸਮਝਾਉਣ ਦਾ ਯਤਨ ਕੀਤਾ। ਕਰਨ ਅਜੋਗ ਨਾ ਤੋਹੇ ਬਨ ਆਇਓ। ਕਹਿਣ ਲੱਗੇ ਵੀ ਇਹ ਬੜੀ ਅਜੋਗ ਗੱਲ ਹੈ, ਵੀ ਇਹ ਚੰਗੀ ਗੱਲ ਨਹੀਂ ਤੂੰ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਬੈਠੇ। ਇੱਥੇ ਗੁਰਗੱਦੀ ਦਾ ਮਾਲਕ ਹੀ ਬੈਠ ਸਕਦਾ ਹੈ, ਜਿਹਦੇ ਕੋਲ ਗੁਰਗੱਦੀ ਹੋਵੇ, ਜਿਹਨੂੰ ਗੁਰਗੱਦੀ ਦਿੱਤੀ ਹੋਵੇ। ਗੁਰੂ ਸਾਹਿਬ ਜੀ ਦੇ ਅਸਥਾਨ ਤੇ ਉਹੀ ਬੈਠ ਸਕਦਾ ਹੈ, ਤੂੰ ਨਹੀਂ ਬੈਠ ਸਕਦਾ। ਇਹ ਅਜੋਗ ਕੰਮ ਕਰਨਾ, ਮਾੜਾ ਕੰਮ ਕਰਨਾ, ਇਹ ਤੈਨੂੰ ਚੰਗਾ ਨਹੀਂ ਲੱਗਦਾ, ਤੈਨੂੰ ਸੋਭਦਾ ਨਹੀਂ ਹੈ। ਅਦਬ ਰਾਖਣਾ ਜਿਸ ਥਲ ਕੇਰਾ। ਕਹਿਣ ਲੱਗੇ ਇਸ ਪਾਵਨ ਸਥਾਨ ਦਾ ਅਦਬ ਰੱਖਣਾ ਤੇਰੇ ਲਈ ਜ਼ਰੂਰੀ ਹੈ। ਤਹਾਂ ਬੈਠੇ ਗਿਆ ਬਨਹਿ ਉਚੇਰਾ। ਕਹਿਣ ਲੱਗੇ ਵੀ ਦਸ ਭਲਾ ਇੱਥੇ ਬੈਠ ਕੇ ਉੱਚਾ ਬਣਨਾ ਇਹ ਤਾਂ ਗੁਰੂ ਦੀ ਰਹਿਮਤ ਨਾਲ ਹੋ ਸਕਦਾ ਹੈ। ਅਸਥਾਨ ਉੱਤੇ ਬੈਠ ਜਾਣਾ ਤੂੰ ਉੱਚਾ ਨਹੀਂ ਬਣ ਸਕਦਾ। ਅਸਥਾਨ ਤੇ ਬੈਠਣ ਨਾਲ ਉੱਚਾ ਕਿਵੇਂ ਬਣ ਜਾਵੇਂਗਾ? ਤੁਝ ਕੋ ਦੋਸ਼ ਲੱਗਿਆ ਇਹੋ ਇਹ ਭਾਰੇ। ਗੁਰੂ ਸਾਹਿਬ ਜੀ ਦੇ ਅਸਥਾਨ ਤੇ ਬਗੈਰ ਗੁਰਗੱਦੀ ਤੋਂ ਬੈਠਣਾ ਇਹ ਤੈਨੂੰ ਭਾਰੀ ਦੋਸ਼ ਲੱਗੇਗਾ। ਭਲੇ ਕਰਮ ਕੋ ਦੂਰ ਬਿਦਾਰੇ। ਕਹਿਣ ਲੱਗੇ ਭਰੇ ਕਰਮ ਨੂੰ ਤੂੰ ਦੂਰ ਕਰ ਦਿੱਤਾ। ਭਲਾ ਕਰਮ ਇਹ ਸੀ ਕਿ ਗੁਰ ਅਸਥਾਨ ਦੀ ਸੇਵਾ ਕਰਨੀ, ਗੁਰ ਅਸਥਾਨ ਨੂੰ ਨਮਸਕਾਰ ਕਰਨੀ, ਸਿੱਖ ਸੰਗਤ ਨੂੰ ਗੁਰ ਅਸਥਾਨ ਬਾਰੇ ਦੱਸਣਾ, ਗੁਰ ਅਸਥਾਨ ਦੀ ਵਡਿਆਈ ਕਰਨੀ। ਤੂੰ ਆਪ ਹੀ ਆ ਕੇ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਬੈਠ ਗਿਆ। ਤੂੰ ਭਲੇ ਕਰਮ ਨੂੰ ਦੂਰ ਕਰ ਦਿੱਤਾ ਆਪਣੇ ਮਨ ਵਿੱਚੋਂ। ਕਿਉ ਅਪਰਾਧ ਵਿਸਾਲ ਕਮਾਵੈ। ਕਹਿਣ ਲੱਗੇ ਦਸ ਭਲਿਆ ਗੁਰੂ ਸਾਹਿਬ ਜੀ ਦੀ ਅੰਸ਼ ਬੰਸ ਹੈ ਤੂੰ, ਇਹ ਐਡਾ ਵੱਡਾ ਪਾਪ ਕਿਉਂ ਕਰਦਾ ਹੈ? ਬੈਠ ਅਪਰ ਥਲ ਲਿਹੋ ਤਨ ਆਵੈ। ਕਹਿਣ ਲੱਗੇ ਵੀ ਤੂੰ ਧਨ ਵਾਸਤੇ ਆ ਕੇ ਬੈਠਾ ਹੈ, ਕਿਉਂ ਇੱਥੇ ਆ ਕੇ ਬੈਠ ਗਿਆ, ਕਿਉਂ ਤੂੰ ਅਪਰਾਧ ਕਰਦਾ ਹੈ? ਸੁਨਤ ਗੁਲਾਬ ਰਾਏ ਖਿਜ ਮਹਾ। ਕਹਿਣ ਲੱਗੇ ਇਹ ਸੁਣ ਕੇ ਨਾ ਗੁਰਬਖਸ਼ ਸਾਧੂ ਕੋਲੋਂ ਗੁਲਾਬ ਰਾਏ ਸੀ ਉਹ ਖਿਝ ਗਿਆ, ਗੁੱਸੇ ਵਿੱਚ ਆ ਗਿਆ ਹੈ। ਬੋਲਿਓ ਤੂੰ ਜਾਣਤ ਹੈ ਕਹਾਂ। ਕਹਿਣ ਲੱਗੇ ਗੁਰਬਖਸ਼ ਰਾਏ ਨੂੰ ਗੁਲਾਬ ਰਾਏ ਸਾਧੂ ਗੁਰਬਖਸ਼ ਨੂੰ ਕਹਿਣ ਲੱਗਿਆ ਗੁਲਾਬ ਰਾਏ, ਕਹਿਣ ਲੱਗਿਆ ਜਾ ਤੂੰ ਤਾਂ ਸਾਧ ਹੈ, ਤੂੰ ਕੀ ਜਾਣਦਾ, ਤੂੰ ਤਾਂ ਫਕੀਰ ਹੈ, ਤੈਨੂੰ ਕੀ ਪਤਾ ਗੁਰੂ ਸਾਹਿਬ ਜੀ ਦੇ ਘਰ ਦੀ ਮਰਜ਼ਾਦਾ ਦਾ? ਮੈਂ ਫਕੀਰ ਜਾਣੈ ਸਦ ਸੋਈ। ਇਸ ਕਰਕੇ ਤੂੰ ਇੱਕ ਫਕੀਰ ਹੈ, ਤੂੰ ਫਕੀਰ ਦੀ ਸਾਰੀ ਜਾਣਦਾ ਹੈ, ਗੁਰੂ ਸਾਹਿਬ ਜੀ ਦੇ ਘਰ ਦੀ ਮਰਜ਼ਾਦਾ ਤੈਨੂੰ ਨਹੀਂ ਪਤਾ ਹੈ। ਗੁਰੂਆਂ ਕੀ ਸੂਝਤ ਨਹਿ ਕੋਈ। ਗੁਰੂ ਘਰ ਦੀ ਤੈਨੂੰ ਕੀ ਸੋਝੀ ਹੈ? ਟੁੱਟਹਿ ਘੁੰਕਟ ਕੋ ਮਤ ਤੇਰੋ। ਕਹਿਣ ਲੱਗੇ ਵੀ ਤੇਰੀ ਮਤ ਦਾ ਘੁੰਗਟ ਜਿਹੜਾ ਉਹ ਦੂਰ ਹੋ ਜਾਵੇਗਾ। ਭਾਵ ਤੈਨੂੰ ਆਪਣੀ ਮਤ ਦੀ ਸੋਝੀ, ਤੈਨੂੰ ਹੰਕਾਰ ਹੈ ਕਿ ਤੈਨੂੰ ਗੁਰੂ ਸਾਹਿਬ ਜੀ ਨੇ ਬਿਠਾਇਆ, ਇਹ ਆਪਣੇ ਆਪ ਹੀ ਤੇਰਾ ਟੁੱਟ ਜਾਵੇਗਾ। ਅਮਰੀ ਕਿਛ ਕਿਆ ਕਰਹਿ ਜੇਰੋ। ਕਹਿਣ ਲੱਗੇ ਸਾਡੇ ਤੋਂ ਕੋਈ ਵੀ ਸਾਡੇ ਨਾਲ ਝਗੜਾ ਨਹੀਂ ਕਰਦਾ, ਤੂੰ ਕਿਉਂ ਆ ਕੇ ਝਗੜਦਾ ਹੈ? ਸੁਨ ਗੁਰ ਬਖਸ਼ ਕ੍ਰੋਧ ਔਰ ਧਾਰਾ। ਐਸਾ ਸੁਣ ਕੇ ਉਹਨੇ ਕਿ ਮੇਰੇ ਨਾਲ ਇਹ ਝਗੜਦਾ ਹੈ, ਗੁਰੂ ਸਾਹਿਬ ਜੀ ਮੈਨੂੰ ਜ਼ਿੰਮੇਵਾਰੀ ਦੇ ਕੇ ਗਏ ਹੈ, ਉਸ ਜ਼ਿੰਮੇਵਾਰੀ ਦਾ ਇਹਨੂੰ ਅਹਿਸਾਸ ਨਹੀਂ। ਗੁਰਬਖਸ਼ ਸਾਧੂ ਵੀ ਕ੍ਰੋਧ ਵਿੱਚ ਆ ਗਿਆ। ਕਰੋ ਸਮੁਖ ਮਸਰਾਕ ਉਚਾਰੋ। ਸਾਹਮਣੇ ਹੋ ਕੇ ਤਾੜਨਾ ਵਾਲੇ ਬੋਲ ਗੁਲਾਬ ਰਾਏ ਨੂੰ ਕਹਿ ਦਿੱਤੇ ਗੁਰਬਖਸ਼ ਸਾਧੂ ਨੇ। ਏਤ ਇੱਕ ਦਿਨ ਮਹਿ ਬੰਸ ਵਿਹੀਨਾ। ਕਹਿਣ ਲੱਗੇ ਜਾ ਤੂੰ ਗੁਰੂ ਸਾਹਿਬ ਜੀ ਦੇ ਸਥਾਨ ਦਾ ਅਪਮਾਨ ਕੀਤਾ ਹੈ, ਤੂੰ ਗੁਰੂ ਮਹਾਰਾਜ ਸਾਹਿਬ ਜੀ ਦੇ ਸਥਾਨ ਦੀ ਬੇਅਦਬੀ ਕੀਤੀ ਹੈ, ਤੂੰ ਗੁਰੂ ਸਾਹਿਬ ਜੀ ਦੇ ਸਥਾਨ ਤੇ ਆ ਕੇ ਬੈਠ ਗਿਆ। ਜਾ ਥੋੜੇ ਦਿਨਾਂ ਵਿੱਚ ਤੂੰ ਬੰਸ ਰਹਿਤ ਹੋ ਜਾਵੇਂਗਾ। ਕਹਿ ਨ ਕਿਹੋ ਮਰ ਹੋਏ ਸੀਨਾ। ਕਹਿਣ ਲੱਗੇ ਕੋਈ ਨਹੀਂ ਰਹੇਗਾ, ਮਰ ਕੇ ਸਾਰੇ ਦੂਰ ਹੋ ਜਾਣਗੇ। ਦੇ ਕਰ ਸਰਾਪ ਸੁਕੀਨ ਅਨਾਦਰ। ਇਸ ਤਰ੍ਹਾਂ ਤਾੜਨਾ ਵਾਲੇ ਬੋਲ ਗੁਰਬਖਸ਼ ਸਾਧੂ ਨੇ ਕਹਿ ਕੇ ਗੁਲਾਬ ਰਾਏ ਦਾ ਅਨਾਦਰ ਕਰ ਦਿੱਤਾ। ਤੇਰੇ ਉਥਾਨ ਸ਼੍ਰੀ ਤੇਗ ਬਹਾਦਰ। ਤੇ ਕਹਿਣ ਲੱਗੇ ਆਪ ਗੁਰਬਖਸ਼ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਵਾਲੇ ਸਥਾਨ ਤੇ ਰਹਿਣ ਲੱਗ ਪਿਆ। ਰਾਪ ਸਾਧ ਕੋ ਤਤ ਛਿਨ ਹੋਇਓ। ਕਹਿਣ ਲੱਗੇ ਸਾਧੂ ਗੁਰਬਖਸ਼ ਦਾ ਕਿਹਾ ਹੋਇਆ ਬੋਲ ਉਸੇ ਵੇਲੇ ਲਾਗੂ ਹੋ ਗਿਆ। ਲਾਭ ਮੂਲ ਕੋ ਸਭ ਹੀ ਖੋਇਓ। ਕਹਿਣ ਲੱਗੇ ਜਿਤਨਾ ਵੀ ਕੋਲੇ ਧਨ ਸੀ, ਲਾਭ ਮੂਲ ਆਦਿਕ ਸਾਰੇ ਦਾ ਸਾਰਾ ਜਾਂਦਾ ਲੱਗਿਆ। ਭਇਓ ਬਿਨਾਸ਼ ਥਰਿਓ ਨਹਿ ਸੋਈ। ਕੁਝ ਵੀ ਨਾ ਰਿਹਾ, ਬਿਨਾਸ਼ ਹੀ ਹੋ ਚੱਲਿਆ ਗੁਲਾਬ ਰਾਏ ਦਾ। ਗੁਰੂ ਬਾਕ ਸਫਲਿਓ ਇਮ ਹੋਈ। ਕਹਿਣ ਲੱਗੇ ਜਿਹੜਾ ਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ ਸੀ ਨਾ ਕਿ ਇੱਕ ਵਾਰੀ ਗੁਰਗੱਦੀ ਆਵੇਗੀ, ਪਰ ਉਹਦੇ ਕੋਲ ਸਾਂਭੀ ਨਹੀਂ ਗਈ, ਵਡਿਆਈ ਸਾਂਭੀ ਨਹੀਂ ਗਈ। ਇਸ ਕਰਕੇ ਗੁਲਾਬ ਰਾਏ ਦੇ ਹੰਕਾਰ ਨੇ ਗੁਲਾਬ ਰਾਏ ਦੀ ਅੰਸ਼ ਬੰਸ ਨੂੰ ਸਭ ਨੂੰ ਨਾਸ ਕਰਵਾ ਦਿੱਤਾ। ਗੁਰੂ ਦਰ ਦੀ ਜਿਹੜੀ ਉਹਨੇ ਬੇਅਦਬੀ ਕੀਤੀ, ਗੁਰੂ ਸਾਹਿਬ ਜੀ ਦੇ ਸਥਾਨ ਤੇ ਆਪਣੇ ਆਪ ਨੂੰ ਗੁਰੂ ਸਮਝ ਕੇ ਬੈਠ ਗਿਆ ਤੇ ਉਹਦਾ ਫਲ ਉਹਨੂੰ ਪਾਉਣਾ ਪਿਆ। ਐਸੇ ਕੌਤਕ ਸ੍ਰੀ ਅਨੰਦਪੁਰ ਸਾਹਿਬ ਹੋ ਰਹੇ ਹਨ।
ਇਹ ਜਿਹੜਾ ਪ੍ਰਸੰਗ ਸੀ ਇਹ ਕਾਫੀ ਸਮੇਂ ਬਾਅਦ ਦਾ ਕਵੀ ਰਾਜ ਜੀ ਨੇ ਇੱਥੇ ਅੰਕਿਤ ਕੀਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਭਇਓ ਬਿਨਾਸ਼ ਫਿਰਿਓ ਨਹਿ ਸੋਈ, ਗੁਰੂ ਬਾਕ ਸਫਲ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ